ਭਾਦੋਂ ਦੇ ਦਿਨ ਤੇ ਸਾਫ਼ ਸੁਥਰੀ ਸਵੇਰ ਸੀ। ਜ਼ਿਮੀਂਦਾਰ ਬਿਜਲੀ ਉੱਤੇ ਨਵੀਂ ਮੋਟਰ ਲਵਾਈ ਹੋਈ ਸੀ ਤੇ ਜ਼ਮੀਨ ਵੀ ਨਵੀਂ ਆਬਾਦ ਕਰਨੀ ਸੀ। ਸ਼ਟਾਲੇ ਦੀ ਬਿਜਾਈ ਦਾ ਵੇਲਾ ਆ ਰਿਹਾ ਸੀ। ਅਸਾਂ ਦੋਵੇਂ ਭਰਾ ਸ਼ਟਾਲੇ ਦੀ ਬਿਜਾਈ ਲਈ ਜ਼ਮੀਨ ਤਿਆਰ ਕਰ ਰਹੇ ਸਾਂ। ਭੋਏ ਕਰਾ ਰਹੇ ਸਾਂ। ਜੋਗਾਂ ਵੀ ਜ਼ੋਰ ਲਾ ਰਹੀਆਂ ਸਨ ਤੇ ਅਸੀਂ ਵੀ ਘਰ ਕੇ ਹੋਏ ਸਾਂ। ਘਰੋਂ ਅਜੇ ਚਾਹ ਵੇਲਾ ਨਹੀਂ ਸੀ ਆਇਆ। ਅਚਨਚੇਤ ਲਾਹੌਰ ਵੱਲੋਂ ਕੋਈ ਧਮਾਕਾ ਹੋਇਆ। ਇੰਨੀ ਆਵਾਜ਼ ਨਾਲ ਧਮਾਕਾ ਅਸਾਂ ਪਹਿਲਾਂ ਕਦੇ ਨਹੀਂ ਸੀ ਸੁਣਿਆ। ਫਿਰ ਕੁਝ ਹੋਰ ਧਮਾਕਿਆਂ ਦੀਆਂ ਆਵਾਜ਼ਾਂ ਵੀ ਆਈਆਂ। ਫਜ਼ਾਂ ਵਿੱਚ ਜੰਗੀ ਜਹਾਜ਼ ਉੱਡਦੇ ਨਜ਼ਰ ਆਏ। ਪਰ ਅਸਾਡੀ ਜਾਣੇ ਭਲਾ ਇਹ ਧਮਾਕੇ ਕਾਹਦੇ ਹਨ। ਅਸਾਡੀ ਮੰਜ਼ਿਲ 'ਤੇ ਬਸ ਜ਼ਿਮੀਂਦਾਰ ਦੀ ਭੋਏ ਪੱਧਰ ਕਰਕੇ ਸ਼ਟਾਲਾ ਬੀਜਣਾ ਸੀ ਤੇ ਆਪਣੇ ਹਿੱਸੇ ਦਾ ਫਾਕਾ ਕਬੂਲ ਕਰਨਾ ਸੀ। ਪੇਸ਼ੀ ਡੀਗਰ ਤੱਕ ਮਾਲੂਮ ਹੋ ਗਿਆ ਕਿ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਲੱਗ ਗਈ ਏ। ਲਾਹੌਰ ਦੇ ਲੋਕ ਕਾਰਾਂ, ਬੱਸਾਂ ਤੇ ਟਰੱਕਾਂ ਉੱਤੇ ਇੰਝ ਆ ਰਹੇ ਸਨ ਜਿਵੇਂ ਨੱਸਣ ਦੇ ਹੱਕ ਵਿੱਚ ਹੋਵਣ ਜਾਂ ਮੁੜ ਕਦੇ ਲਾਹੌਰ ਵਸਣਾ ਨਾ ਹੋਵੇ। ਸ਼ਾਮ ਨੂੰ ਦੀਵਾ ਬੱਤੀ ਤੇ ਅੱਗ ਬਾਲਣੀ ਮਨਾਹੀ ਹੋਈ। ਅਜੀਬ ਅਜੀਬ ਖਬਰਾਂ ਲੋਕ ਸੁਣਾਉਂਦੇ ਤੇ ਸੁਣਦੇ ਸਨ। ਸੁਣੀਆਂ ਸੁਣਾਈਆਂ ਗੱਲਾਂ ਅਗਲੇ ਬੰਦੇ ਤੀਕਰ ਵੱਧ ਘੱਟ ਹੋ ਕੇ ਅੱਪੜਦੀਆਂ ਸਨ। ਸਾਡੇ ਛੋਟੇ ਜਿਹੇ ਪਿੰਡ ਵਿੱਚ ਸੱਚੀ ਤੇ ਪੱਕੀ ਪੀਡੀ ਖਬਰ ਵਾਸਤੇ ਕੋਈ ਰੇਡੀਓ, ਟੈਲੀਫੋਨ ਜਾਂ ਹੋਰ ਕੋਈ ਵਸੀਲਾ ਨਹੀਂ ਸੀ। ਸਾਰੀਆਂ ਖਬਰਾਂ ਆਏ ਗਏ ਕੋਲੋਂ ਹੀ ਸੁਣਦੇ ਸਾਂ। ਲੜਾਈ ਪਾਰੋਂ ਕਿਸੇ ਨੂੰ ਵੀ ਅਫਸੋਸ ਨਹੀਂ ਸੀ, ਸਗੋਂ ਲੋਕਾਂ ਵਿੱਚ ਖੁਸ਼ੀ ਨਜ਼ਰ ਆਉਂਦੀ ਸੀ। ਲੋਕ ਰੱਜ ਕੇ ਲੜਨਾ ਚਾਹੁੰਦੇ ਸਨ। ਮੈਨੂੰ ਤੇ ਉਡੀਕ ਸੀ ਕਿ ਜੰਗ ਪਾਰੋਂ ਖੋਰੇ ਭਗਤਪੁਰੇ ਦੇ ਅਰਾਈ ਫੇਰ ਆ ਜਾਵਣ। ਜਦ ਵੀ ਵੇਲ ਮਿਲਦਾ ਮੈਂ ਸੜਕ ਉੱਤੇ ਜਾ ਬੈਠਦਾ ਤੇ ਭਗਤਪੁਰੇ ਵਾਲਿਆਂ ਦੀ ਉਡੀਕ ਕਰਦਾ। ਜੰਗ ਦਾ ਲੋਕਾਂ ਨੂੰ ਇੰਨਾ ਸ਼ੌਂਕ ਸੀ ਕਿ ਉਹ ਸੜਕਾਂ ਉੱਤੇ ਆ ਜਾਂਦੇ ਤੇ ਲੰਘਦੇ ਫੌਜੀਆਂ ਨੂੰ ਸਲਾਮਾਂ ਕਰਦੇ, ਤੋਹਫੇ ਦਿੰਦੇ ਤੇ ਪਾਕ ਫੌਜ ਜਿੰਦਾਬਾਦ ਦੇ ਨਾਅਰੇ ਲਾਉਂਦੇ ਸਨ। ਜਵਾਬ ਵਿੱਚ ਫੌਜੀ ਵੀ ਸਲੂਟ ਮਾਰਦੇ ਤੇ ਪਾਕਿਸਤਾਨ ਜਿੰਦਾਬਾਦ ਆਖਦੇ। ਅਸੀਂ ਗੱਡ ਲੈ ਕੇ ਸ਼ਹਿਰ ਆਏ ਤਾਂ ਉੱਥੇ ਵੀ ਲੋਕਾਂ ਨੂੰ ਜੰਗ ਦਾ ਚਾਅ ਚੜ੍ਹਿਆ ਹੋਇਆ ਸੀ। ਬਹੁਤ ਸਾਰੇ ਲੋਕ ਜਹਾਜ਼ਾਂ ਦੀ ਲੜਾਈ ਵੇਖਣ ਲਈ ਰਾਵੀ ਦੇ ਪੁਲ ਉੱਤੇ ਆਏ ਹੋਏ ਸਨ ਤੇ ਕਈ ਲੋਕ ਸਣੇ ਸਵਾਣੀਆਂ ਤੇ ਬਾਲਾਂ ਦੇ ਸ਼ਹਿਰ ਦੇ ਘਰਾਂ ਦੀ ਛੱਤ ਉੱਤੇ ਖਲੋਤੇ ਜਹਾਜ਼ਾਂ ਦੀ ਲੜਾਈ ਸ਼ੌਂਕ ਨਾਲ ਵੇਖਦੇ ਸਨ। ਜਦ ਜਹਾਜ਼ ਇੱਕ ਦੂਜੇ ਦੇ ਮਗਰ ਭੱਜਦੇ, ਫਾਇਰ ਮਾਰਦੇ ਤਾਂ ਲੋਕ ਤਾੜੀਆਂ ਮਾਰ-ਮਾਰ ਖੁਸ਼ ਹੁੰਦੇ। ਲਾਹੌਰ ਉੱਤੇ ਕੋਈ ਬੰਬ ਡਿੱਗਾ ਹੀ ਨਹੀਂ ਸੀ ਜਾਂ ਕੋਈ ਬੰਬ ਖੌਰੇ ਚੱਲਿਆ ਹੀ ਨਹੀਂ ਸੀ। ਲੋਕਾਂ ਵਿੱਚ ਮਸ਼ਹੂਰ ਹੋਇਆ ਕਿ ਦਾਤਾ ਸਾਹਿਬ ਹਰਾ ਚੋਲਾ ਪਾ ਕੇ ਬੰਬ ਝੋਪ ਲੈਂਦੇ ਹਨ। ਆੜਤ ਉੱਤੇ ਲੜਾਈ ਦੀਆਂ ਗੱਲਾਂ ਹੁੰਦੀਆਂ। ਰੂਸ, ਅਮਰੀਕਾ ਤੇ ਚੀਨ ਦਾ ਨਾਂ ਆਉਂਦਾ, ਪਰ ਮੈਨੂੰ ਤਾਂ ਕੁਝ ਸਮਝ ਨਾ ਆਉਂਦੀ। ਸਮਝਣ ਦੀ ਕੋਸ਼ਿਸ਼ ਕਰਦਾ ਤਾਂ ਹੋਰ ਉਲਝ ਜਾਂਦਾ। 17 ਦਿਨ ਦੀ ਲੜਾਈ ਮਗਰੋਂ ਸੁਣਿਆ ਕਿ ਦੋਵਾਂ ਮੁਲਕਾਂ ਦੀ ਸੁਲ੍ਹਾ ਰੂਸ ਵਿੱਚ ਹੋ ਗਈ ਏ ਤੇ ਉੱਥੇ ਹੀ ਕਸ਼ਮੀਰ ਦੀ ਗੱਲ ਹੋਵੇਗੀ। ਹਿੰਦੁਸਤਾਨ ਦਾ ਲੀਡਰ ਖੌਰੇ ਲਾਲ ਬਹਾਦਰ ਸ਼ਾਸਤਰੀ ਸੀ। ਉੱਥੇ ਸੁਲਾਹ ਵੇਲੇ ਰੂਸ ਵਿੱਚ ਹੀ ਮਰ ਗਿਆ ਸੀ। ਸਾਡੇ ਲੋਕ ਸੁਲਾਹ ਉੱਤੇ ਰਾਜੀ ਨਹੀਂ ਸਨ। ਲੋਕ ਤੇ ਜੰਗ ਚਾਹੁੰਦੇ ਸਨ। ਲੋਕਾਂ ਦੇ ਖਿਆਲ ਵਿੱਚ ਅਸਾਂ ਲੜਾਈ ਨਾਲ ਕਸ਼ਮੀਰ ਆਜ਼ਾਦ ਕਰਵਾ ਲੈਣਾ ਸੀ। ਉਸ ਵੇਲੇ ਦੇ ਸਦਰ ਅਯੂਬ ਜੰਗ ਬੰਦ ਕਰਕੇ ਲੋਕਾਂ ਦਾ ਦਿਲ ਦੁਖਾਇਆ ਸੀ। ਲੋਕਾਂ ਦਾ ਖਿਆਲ ਸੀ ਕਿ ਅਯੂਬ ਹਿੰਦੁਸਤਾਨ ਨਾਲ ਰਲ ਗਿਆ ਏ। ਸਾਡਾ ਸਦਰ ਗੱਦਾਰ ਏ। ਉੱਤੋਂ ਸਦਰ ਅਯੂਬ ਦੇ ਇੱਕ ਵਜ਼ੀਰ ਜ਼ੁਲਫਕਾਰ ਅਲੀ ਨਾਅਰਾ ਲਾ ਦਿੱਤਾ ਕਿ ਅਸੀਂ 1000 ਸਾਲ ਤੀਕਰ ਲੜਾਂਗੇ, ਪਰ ਕਸ਼ਮੀਰ ਉੱਤੇ ਕੋਈ ਸੌਦੇਬਾਜ਼ੀ ਨਾ ਕਰਸਾਂ। ਸਦਰ ਅਯੂਬ ਤਾਸ਼ਕੰਦ ਵਿੱਚ ਪੂਰੀ ਕੌਮ ਦੀ ਤੋਹੀਨ ਕਰਵਾਈ ਏ ਤੇ ਮੁਲਕ ਵੇਚ ਦਿੱਤਾ ਏ। ਮੈਂ ਕੌਮ ਨੂੰ ਦੱਸਾਂਗਾ ਕਿ ਤਾਸ਼ਕੰਦ ਵਿੱਚ ਮੁਲਕ ਦੁਸ਼ਮਣੀ ਦਾ ਮੁਆਹਦਾ ਹੋਇਆ ਏ। ਉਸ ਵੇਲੇ ਪੂਰੀ ਕੌਮ ਨੇ ਜ਼ੁਲਫਕਾਰ ਅਲੀ ਭੁੱਟੋ ਦੀ ਆਵਾਜ਼ ਨਾਲ ਆਪਣੀ ਆਵਾਜ਼ ਰਲਾਈ ਤੇ ਸਦਰ ਅਯੂਬ ਦੇ ਖਿਲਾਫ ਜਲਸੇ ਜਲੂਸ ਸ਼ੁਰੂ ਹੋ ਗਏ। ਭੁੱਟੋ ਨੂੰ ਲੋਕ ਆਪਣਾ ਹਮਦਰਦ ਤੇ ਮੁਲਕ ਦਾ ਖੈਰ ਖੁਆਹ ਸਮਝਦੇ ਸਨ। ਜੋ ਕੁਝ ਭੁੱਟੋ ਆਖਦਾ ਸੱਚਮੁੱਚ ਮੰਨ ਲੈਂਦੇ ਸਨ। ਸਦਰ ਅਯੂਬ ਹਕੂਮਤ ਛੱਡ ਕੇ ਜਨਰਲ ਯਹੀਆ ਦੇ ਹਵਾਲੇ ਕਰ ਦਿੱਤੀ ਸੀ। ਲੋਕ ਆਖਦੇ ਸਨ ਕਿ ਯਹੀਆ ਰੰਨਾਂ ਦਾ ਸ਼ੌਕੀਨ ਤੇ ਸ਼ਰਾਬੀ ਕਬਾਬੀ ਸੀ। ਯਹੀਆ ਖਾਂ ਨੂੰ ਮਿਲਣ ਵਾਲੀ ਇੱਕ ਔਰਤ ਦਾ ਨਾਂ ਲੋਕਾਂ ਜਨਰਲ ਰਾਣੀ ਵੀ ਪਾ ਦਿੱਤਾ ਸੀ। ਪਰ ਇਹ ਸਾਰਾ ਕੁਝ ਮੈਨੂੰ ਅਜੀਬ ਲੱਗਦਾ ਸੀ। ਮੈਂ ਸੋਚਦਾ ਸਾਂ ਕਿ ਇੰਝ ਕਿਵੇਂ ਹੁੰਦਾ ਏ ਤੇ ਕਿਉਂ ਹੁੰਦਾ ਏ। ਜੰਗ ਦੇ ਦਿਨਾਂ ਵਿੱਚ ਕੁਝ ਲੋਕ ਕਸੂਰ ਲਾਗੋਂ ਸਾਡੇ ਪਿੰਡ ਆਏ ਸਨ। ਇੱਥੇ ਉਹਨਾਂ ਦੇ ਰਿਸ਼ਤੇਦਾਰ ਸਨ। ਉਹਨਾਂ ਦਾ ਪਿੰਡ ਬੱਲ ਬਾਰਡਰ ਲਾਗੇ ਸੀ। ਉਹਨਾਂ ਦਾ ਪਿੰਡ ਜੰਗ ਵਿੱਚ ਬਰਬਾਦ ਹੋ ਗਿਆ ਹੋਇਆ ਸੀ ਤੇ ਸਰਦੀਆਂ ਦੇ ਦਿਨ ਇੱਥੇ ਹੀ ਰਹਿ ਪਏ ਸਨ। ਮਰਦ ਚਲੇ ਜਾਂਦੇ ਸਨ ਮੁੜ ਆਪਣੇ ਘਰ ਬਣਾਉਣ ਲਈ ਤੇ ਜ਼ਮੀਨਾਂ ਉੱਤੇ ਦੁਬਾਰਾ ਵਾਹੀ ਬੀਜੀ ਸ਼ੁਰੂ ਕਰਨ ਲਈ, ਪਰ ਉਹਨਾਂ ਦੀਆਂ ਜਵਾਨ ਕੁੜੀਆਂ ਇੱਥੇ ਹੀ ਸਨ।
ਉਹਨਾਂ ਕੁੜੀਆਂ ਵਿੱਚੋਂ ਇੱਕ ਦਾ ਨਾਂ ਸ਼ੈਦਾਂ ਸੀ। ਸ਼ੈਦਾਂ ਦਾ ਰੰਗ ਸੌਲਾ ਤੇ ਨੈਣ ਨਕਸ਼ ਮਨ ਖਿੱਚਵੇਂ ਤੇ ਖੁੱਬਵੇਂ ਸਨ। ਉਹ ਗੁਟਕਦੀ ਵੀ ਸੋਹਣਾ ਸੀ, ਉਂਝ ਵੀ ਕੁਝ ਖੁੱਲ੍ਹੇ ਸੁਭਾਅ ਦੀ ਸੀ। ਇਹ ਪਹਿਲੇ ਵਾਲੀ ਸ਼ੈਦਾਂ ਕੋਲੋਂ ਮਨਮੋਹਣੀ ਜਹੀ ਤੇ ਸ਼ੌਕ ਸੀ। ਛੇਤੀ ਮੇਰੀ ਵਾਕਫ ਬਣ ਗਈ। ਅੱਜੀ ਭੱਜੀ ਰਾਵਾਂ ਗਲੀਆਂ ਵਿੱਚ ਮਿਲ ਪੈਂਦੀ ਤੇ ਕੋਈ ਨਾ ਕੋਈ ਮਖੌਲ ਕਰ ਦਿੰਦੀ। ਜਵਾਬ ਵਿੱਚ ਮੈਂ ਵੀ ਚਸਕਾ ਲੈਣ ਲਈ ਕੋਈ ਨਾ ਕੋਈ ਟਿਚਕਰ ਕਰ ਹੀ ਦਿੰਦਾ ਸਾਂ। ਸ਼ੈਦਾ ਇੰਨੀ ਦਲੇਰ ਸੀ ਕਿ ਉਹ ਮੇਰੇ ਨਾਲ ਆਪਣੀ ਫਰਜ਼ੀ ਮੁਹੱਬਤ ਦੇ ਕਿੱਸੇ ਕਹਾਣੀ ਘੜ ਕੇ ਮੇਰੀ ਵਹੁਟੀ ਨੂੰ ਜਾ ਸੁਣਾਉਂਦੀ। ਉਹਦੀਆਂ ਗੱਲਾਂ ਸੁਣ ਕੇ ਮੇਰੀ ਵਹੁਟੀ ਨੂੰ ਗੁੱਸਾ ਆਉਂਦਾ ਤਾਂ ਉਹ ਮੇਰੇ ਨਾਲ ਰੁੱਸ ਪੈਂਦੀ। ਜਦ ਮੈਂ ਮਨਾਵਣ ਲਈ ਯਤਨ ਕਰਦਾ ਤਾਂ ਸਹਿਜ ਨਾਲ ਹੀ ਸ਼ੈਦਾਂ ਦਾ ਨਾਂ ਲੈ ਕੇ ਆਖਦੀ, ਤੂੰ ਫਾਥੀਆਂ ਛੱਡ ਕੇ ਉੜਦੀਆਂ ਮਗਰ ਪੈਣਾ ਏ, ਤੂੰ ਜਾ, ਮੈਨੂੰ ਕੋਈ ਗਮ ਨਹੀਂ। ਇੰਨੀ ਗੱਲ ਕਰਕੇ ਉਹ ਆਪੇ ਹੀ ਰੋਣ ਲੱਗ ਪੈਂਦੀ। ਮੇਰੀ ਵਹੁਟੀ ਮੈਨੂੰ ਬਹੁਤ ਪਿਆਰੀ ਸੀ, ਮੇਰੇ ਦੁੱਖ ਸੁੱਖ ਦੀ ਪੱਕੀ ਸਾਥਣ ਸੀ। ਉਹਦੀ ਨਾਰਾਜ਼ਗੀ ਮੈਨੂੰ ਵਾਰਾ ਨਹੀਂ ਸੀ ਖਾਂਦੀ। ਇਸੇ ਲਈ ਮੈਂ ਕਸਮਾਂ ਖਾ ਕੇ ਯਕੀਨ ਦਿਵਾਉਂਦਾ ਕਿ ਭਲੀਏ ਲੋਕੇ, ਉੜਦੀਆਂ ਮਗਰ ਪੈਣ ਲਈ ਮੇਰੇ ਕੋਲ ਵਕਤ ਹੀ ਨਹੀਂ। ਜੇ ਕੋਈ ਤੈਨੂੰ ਕਹਿੰਦਾ ਇਹ ਸਭ ਗਲਤ ਏ। ਮੇਰੇ ਆਖਣ ਉੱਤੇ ਉਹ ਫੇਰ ਆਖਦੀ, ਜੇ ਤੇਰੀ ਗੱਲ ਸੱਚ ਏ ਤੇ ਫਿਰ ਸ਼ੈਦਾਂ ਤੇਰੀਆਂ ਸਿਫਤਾਂ ਕਿਉਂ ਕਰਦੀ ਰਹਿੰਦੀ ਏ। ਮੈਂ ਹੱਸ ਕੇ ਜਵਾਬ ਵਿੱਚ ਆਖਦਾ, ਤੈਨੂੰ ਤੇ ਸਗੋਂ ਖੁਸ਼ ਹੋਣਾ ਚਾਹੀਦਾ ਏ ਕਿ ਤੇਰੇ ਖਾਵੰਦ ਦੀ ਸਿਫਤ ਹੁੰਦੀ ਏ, ਪਰ ਇਹੋ ਜਿਹੀ ਸਿਫਤ ਮੈਨੂੰ ਨਹੀਂ ਚਾਹੀਦੀ। ਉਹਦੇ ਆਖਣ ਉੱਤੇ ਮੈਂ ਆਖਦਾ, ਭਲੀਏ ਤੈਨੂੰ ਉਹ ਤੰਗ ਕਰਦੀ ਏ, ਮਖੌਲ ਕਰਦੀ ਏ, ਤੂੰ ਨਹੀਂ ਪਸੰਦ ਕਰਦੀ ਤੇ ਉਹਨੂੰ ਕੋਲ ਨਾ ਬਹਿਣ ਦਿਆ ਕਰ। ਫਿਰ ਉਹ ਸੈਂਜੀ ਕੀਤਾ, ਸ਼ੈਦਾਂ ਨੂੰ ਮੂੰਹ ਹੀ ਨਾ ਲਾਉਂਦੀ, ਪਰ ਮੇਰਾ ਦਿਲ ਸ਼ੈਦਾਂ ਨੂੰ ਮਿਲਣ ਲਈ ਕਰਦਾ ਰਹਿੰਦਾ। ਮੁਸ਼ਕਲ ਇਹ ਸੀ ਕਿ ਸ਼ੈਦਾਂ ਨਾਲ ਰੱਜ ਕੇ ਬੈਠਣ ਦਾ ਵਕਤ ਹੀ ਨਹੀਂ ਸੀ ਮਿਲਦਾ। ਇਸੇ ਮਿਲਣ ਦੀ ਉਡੀਕ ਵਿੱਚ ਉਹ ਵਾਪਸ ਆਪਣੇ ਪਿੰਡ ਟੁਰ ਗਈ। ਜਾਂਦੀ ਵਾਰ ਉਸ ਆਖਿਆ, ਜੇ ਮੈਂ ਤੈਨੂੰ ਭੁਲਾ ਨਾ ਸਕੀ ਤੇ ਤੂੰ ਵੀ ਮੈਨੂੰ ਭੁਲਾ ਨਹੀਂ ਸਕਦਾ। ਸੱਚ ਆਖ ਕੇ ਗਈ ਸੀ ਉਹ। ਅੱਜ ਤੀਕ ਉਹਦੇ ਨਿੱਕੇ ਨਿੱਕੇ ਮਖੌਲ, ਟੱਲੀ ਵਾਂਗ ਖੜਕਦਾ ਹਾਸਾ, ਕੰਨਾਂ ਵਿੱਚ ਰਸ ਘੋਲਦਾ ਮਹਿਸੂਸ ਹੁੰਦਾ ਏ। ਸਾਲ ਮਗਰੋਂ ਸਾਡੇ ਘਰ ਫੇਰ ਇੱਕ ਬੱਚੀ ਜੰਮੀ। 40 ਦਿਨ ਵੀ ਪੂਰੇ ਨਹੀਂ ਸਨ ਹੋਏ, ਉਹ ਪਿਆਰੀ ਬੱਚੀ ਮਾਂ ਦੀ ਝੋਲੀ ਵਿੱਚ ਸੁੱਤੀ ਸੌਂ ਗਈ। ਮੇਰੀ ਵਹੁਟੀ ਹੁਣ ਸੋਚਣ ਲੱਗ ਪਈ ਸੀ ਕਿ ਜੇ ਔਲਾਦ ਇੰਝ ਹੀ ਮਰਦੀ ਰਹੀ ਤਾਂ ਸਮਾਜ ਵਿੱਚ ਕੀ ਹੈਸੀਅਤ ਰਹਿ ਸੀ। ਮੈਂ ਤਸੱਲੀ ਦੇ ਕੇ ਆਖਦਾ, ਸਾਡੀ ਅਜੇ ਉਮਰ ਹੀ ਕਿਹੜੀ ਏ, ਬਥੇਰਾ ਵਕਤ ਪਿਆ ਏ ਔਲਾਦ ਵਾਸਤੇ। ਪਰ ਉਹ ਤੇ ਆਖਦੀ, ਵਕਤ ਹੈ ਹੀ ਕਿਹੜਾ, ਮੈਨੂੰ ਤੇ ਔਲਾਦ ਚਾਹੀਦੀ ਏ। ਔਰਤ ਲਈ ਸਭ ਤੋਂ ਵਧੀਆ ਗਹਿਣਾ ਔਲਾਦ ਹੁੰਦਾ ਏ। ਕਹਿੰਦੀ ਤੇ ਉਹ ਵੀ ਸੱਚ ਸੀ। ਡਾਕਟਰਾਂ ਤੇ ਹਸਪਤਾਲਾਂ ਕੋਲ ਜਾਵਣ ਲਈ ਪੈਸੇ ਚਾਹੀਦੇ ਸਨ। ਪੈਸੇ ਸਾਡੇ ਕੋਲ ਹੁੰਦੇ ਹੀ ਨਹੀਂ ਸਨ। ਇਲਾਜ ਕਿੱਥੋਂ ਹੁੰਦਾ। ਦਾਈਆਂ ਮਾਈਆਂ ਤੇ ਓਹੜ ਪੋਹੜ ਕਰਦੀਆਂ ਹੀ ਰਹਿੰਦੀਆਂ ਸਨ, ਪਰ ਮੇਰੀ ਵਹੁਟੀ ਨੂੰ ਦਾਈਆਂ ਮਾਈਆਂ ਉੱਤੇ ਜ਼ਿਆਦਾ ਇਤਬਾਰ ਨਹੀਂ ਸੀ ਰਿਹਾ। ਜ਼ਿਮੀਂਦਾਰ ਦੀ ਸਖਤੀ ਹੋਰ ਵੱਧ ਗਈ ਸੀ। ਉਹ ਹੀਲੇ ਬਹਾਨੇ ਨਾਲ ਫਸਲ ਸਾਰੀ ਦੀ ਸਾਰੀ ਲੈ ਜਾਂਦਾ। ਕੁਝ ਕਰਜ਼ੇ ਵਿੱਚ ਤੇ ਕੁਝ ਖਰਚੇ ਵਿੱਚ ਸਾਡੀ ਗੁਜਰਾਨ ਹੋਰ ਮੁਸ਼ਕਲ ਹੋ ਗਈ। ਨਵੇਂ ਆਏ ਰਾਹਕ ਵੀ ਜ਼ਿਮੀਂਦਾਰ ਤੇ ਖੁਸ਼ ਨਹੀਂ ਸਨ। ਉਹਨਾਂ ਦੇ ਮੁੰਡੇ ਚੋਰੀ ਚਕਾਰੀ ਵੀ ਕਰਨ ਲੱਗ ਪਏ। ਕਿਸੇ ਦੇ ਦਾਣੇ ਚੁੱਕ ਲੈਂਦੇ ਤੇ ਰਾਤ ਨੂੰ ਕਿਸੇ ਦੀ ਕੁੱਲੀ ਵੀ ਫਰੋਲ ਲੈਂਦੇ ਸਨ। ਸਾਡਾ ਛੋਟਾ ਨਜ਼ੀਰ ਵੀ ਉਹਨਾਂ ਦਾ ਸੰਗੀ ਸਾਥੀ ਬਣਿਆ ਜਾਪਦਾ ਸੀ। ਸਾਨੂੰ ਭੁੱਖ ਨੰਗ ਤਾਂ ਵਾਰਾ ਖਾਂਦੀ ਸੀ, ਪਰ ਚੋਰੀ ਚਕਾਰੀ ਸਾਡੀ ਤੋਹੀਨ ਹੀ ਨਹੀਂ, ਬੇਇੱਜ਼ਤੀ ਸੀ। ਸਮਝਾਇਆ ਪਰ ਕਿੱਥੇ ਸਮਝਦਾ ਸੀ ਨਜ਼ੀਰ। ਸਾਨੂੰ ਉਸ ਗੁਆਂਢ ਕੋਲੋਂ ਆਪਣਾ ਆਪ ਦੂਰ ਕਰਨਾ ਪਿਆ। ਅਸੀਂ ਉੱਥੋਂ ਆ ਕੇ ਸੜਕ ਦੇ ਦੂਜੇ ਬੰਨੇ ਇੱਕ ਸ਼ੇਖ ਇਕਬਾਲ ਕੋਲੋਂ ਵਾਹੀ ਬੀਜੀ ਵਾਸਤੇ ਭੋਏ ਲੈ ਲਈ ਤੇ ਉਹਦੀ ਜ਼ਮੀਨ ਉੱਤੇ ਹੀ ਆ ਕੇ ਕੁੱਲੇ ਬਣਾ ਲਏ। ਸ਼ੇਖ ਇਕਬਾਲ ਹੈਦਰਾਬਾਦ ਦੇ ਇੱਕ ਭਈਏ ਦਾ ਕੁਲ ਮੁਖਤਾਰ ਸੀ। ਭਈਏ ਨੂੰ ਇਹ ਜ਼ਮੀਨ ਕਲੇਮ ਵਿੱਚ ਮਿਲੀ ਹੋਈ ਸੀ, ਕਿਉਂ ਜੋ ਉਰਦੂ ਬੋਲਣ ਵਾਲੇ ਮਹਾਜਰ ਦਾ ਕਲੇਮ ਸਰਕਾਰ ਮੰਨ ਲੈਂਦੀ ਹੁੰਦੀ ਸੀ। ਸ਼ੇਖ ਇਕਬਾਲ ਦਾ ਪੁੱਤਰ ਹਾਰੂ ਅਲ ਰਸ਼ੀਦ ਆਪਣੇ ਪਿਓ ਨਾਲੋਂ ਵੀ ਜ਼ਿਆਦਾ ਲਫੰਗਾ ਸੀ, ਸ਼ਰਾਬੀ, ਜਾਨੀ, ਝੂਠਾ ਤੇ ਫਜ਼ੂਲ ਰੱਜ ਕੇ। ਸ਼ੇਖ ਇਕਬਾਲ ਦੀਆਂ 2 ਬੀਵੀਆਂ ਸਨ, ਇੱਕ ਕਰਾਚੀ ਰਹਿੰਦੀ ਸੀ ਤੇ ਦੂਜੀ ਲਾਹੌਰ। ਹਾਰੂ ਅਲ ਰਸ਼ੀਦ ਲਾਹੌਰ ਵਾਲੀ ਦਾ ਪੁੱਤਰ ਸੀ। ਲਾਹੌਰ ਸਟੇਸ਼ਨ ਲਾਗੇ ਇਹ ਲੋਕ ਆਸਟ੍ਰੇਲੀਆ ਬਿਲਡਿੰਗ ਵਿੱਚ ਕਿਰਾਏ ਉੱਤੇ ਰਹਿੰਦੇ ਸਨ। ਹਾਰੂ ਅਲ ਰਸ਼ੀਦ ਹੈ ਤੇ ਮੇਰੀ ਉਮਰ ਦਾ, ਪਰ ਅਜੇ ਕੁਆਰਾ ਸੀ। ਫਿਲਮਾਂ ਵੇਖਣ ਦਾ ਸ਼ੌਕੀਨ ਤੇ ਆਪਣੀਆਂ ਤਾਰੀਫਾਂ ਕਰਾਉਣ ਦਾ ਭੁੱਖਾ। ਵਾਹੀ ਬੀਜੀ ਦਾ ਕੰਮ ਭਲਾ ਉਹ ਕੀ ਜਾਣੇ। ਸ਼ਹਿਰੀ ਬਾਬੂ ਜ਼ਮੀਨਾਂ ਉੱਤੇ ਆਉਂਦਾ, ਫੇਰਾ ਮਾਰਦਾ ਤੇ ਚਲਾ ਜਾਂਦਾ। ਕਦੀ ਕਦੀ ਮੈਨੂੰ ਫਿਲਮ ਵਿਖਾਉਣ ਆਪਣੇ ਨਾਲ ਲਾਹੌਰ ਲੈ ਜਾਂਦਾ। ਹਾਰੂ ਅਲ ਰਸ਼ੀਦ ਮੈਨੂੰ ਫਿਲਮ ਦੇ ਨਾਲ ਨਾਲ ਸ਼ਾਹੂ ਮਹੱਲੇ ਵੀ ਲੈ ਜਾਂਦਾ। ਗਾਣਾ ਸੁਣਦਾ ਤੇ ਕਦੀ ਕਦੀ ਰਾਤ ਵੀ ਰਹਿ ਪੈਂਦਾ ਸੀ। ਹਾਰੂ ਅਲ ਰਸ਼ੀਦ ਦੇ ਘਰ ਜਾਵਣ ਨਾਲ ਮੈਨੂੰ ਅਖਬਾਰ, ਰਸਾਲਾ ਵੇਖਣ ਦਾ ਚਸਕਾ ਲੱਗਾ। ਪਹਿਲੇ ਪਹਿਲ ਤੇ ਮੈਂ ਅਖਬਾਰਾਂ ਵਿੱਚੋਂ ਐਕਟਰ ਐਕਟਰੈਸਾਂ ਦੀਆਂ ਫੋਟੋਆਂ ਵੇਖਦਾ
ਤੇ ਫਿਰ ਕੁਝ ਹੋਰ ਖਬਰਾਂ ਵੀ ਪੜ੍ਹ ਲੈਂਦਾ ਸਾਂ। ਆਪਣੀਆਂ ਜ਼ਮੀਨਾਂ ਉੱਤੇ ਹਾਰੂਨ ਅਲ ਰਸ਼ੀਦ ਨੇ ਇੱਕ ਬੈਠਕ ਬਣਾਈ। ਜਦ ਕਦੀ ਆਉਂਦਾ ਤਾਂ ਝੱਟ ਉੱਥੇ ਹੀ ਆਰਾਮ ਕਰਦਾ। ਬੈਠਕ ਵਿੱਚ ਉਸ ਇੱਕ ਰੇਡੀਓ ਵੀ ਲਿਆ ਰੱਖਿਆ। ਹਾਰੂਨ ਅਲ ਰਸ਼ੀਦ ਦੇ ਚਲੇ ਜਾਵਣ ਮਗਰੋਂ ਵੀ ਮੈਂ ਰੇਡੀਓ ਸੁਣਦਾ ਰਹਿੰਦਾ ਸਾਂ। ਰੇਡੀਓ ਦੇ ਗੀਤ, ਡਰਾਮੇ, ਖਾਕੇ ਤੇ ਫਰਮਾਇਸ਼ੀ ਪ੍ਰੋਗਰਾਮ ਤੇ ਰੇਡੀਓ ਨੂੰ ਲਿਖੇ ਗਏ ਖਤ ਸੁਣ ਕੇ ਮੈਨੂੰ ਆਪਣਾ ਆਪ ਕੁਝ ਓਪਰਾ ਲੱਗਣ ਲੱਗ ਪਿਆ ਸੀ। ਕੜੱਤਣ ਤੇ ਤਲਖੀ ਦੇ ਨਾਲ ਮੇਰੇ ਅੰਦਰ ਕੁਝ ਦਰਦ ਦੀ ਲਹਿਰ ਵੀ ਉੱਠਣ ਲੱਗ ਪਈ ਸੀ, ਜਿਹੜੀ ਮੈਨੂੰ ਹਲੂਣ ਕੇ ਰੱਖ ਦਿਆ ਕਰਦੀ ਸੀ। ਪਰ ਇਹ ਸਾਰਾ ਕੁਝ ਇੰਜ ਬੇਮਜ਼ਾ ਹੁੰਦਾ ਕਿ ਮੈਨੂੰ ਕੁਝ ਸੁੱਝਦਾ ਹੀ ਨਾ। ਮੈਂ ਆਪਣੇ ਦਰਦ, ਦੁੱਖ ਤੇ ਬੇਵਸੀ ਨੂੰ ਕੋਈ ਨਾਂ ਨਹੀਂ ਸਾਂ ਦੇ ਸਕਦਾ ਤੇ ਨਾ ਹੀ ਕੋਈ ਵਜ੍ਹਾ ਮਾਲੂਮ ਸੀ ਕਿ ਇਹ ਸਭ ਕਿਉਂ ਹੁੰਦਾ ਏ। ਹੁਣ ਹਾਰੂਨ ਅਲ ਰਸ਼ੀਦ ਮੈਨੂੰ ਫਿਲਮਾਂ ਦੇ ਗੀਤ ਤੇ ਫਿਲਮਾਂ ਦੀਆਂ ਕਹਾਣੀਆਂ ਸੁਣਾਉਂਦਾ, ਫਿਲਮੀ ਕੁੜੀਆਂ ਨਾਲ ਆਪਣੇ ਮੁਆਸ਼ਕੇ ਦੱਸਦਾ ਤੇ ਕਈ ਫਿਲਮ ਬਣਾਉਣ ਵਾਲਿਆਂ ਨਾਲ ਆਪਣੇ ਤਾਲੁਕਾਤ ਦੀ ਗੱਲ ਵੀ ਕਰਦਾ ਤੇ ਆਖਦਾ, ਮੇਰਾ ਇੱਕ ਯਾਰ ਜਿਹੜਾ ਹਦਾਇਤਕਾਰ ਏ ਮੈਨੂੰ ਫਿਲਮ ਵਿੱਚ ਹੀਰੋ ਬਣਾਉਣਾ ਚਾਹੁੰਦਾ ਸੀ, ਪਰ ਮੈਂ ਨਾ ਕਰ ਦਿੱਤੀ ਸੀ। ਮੇਰੇ ਲਈ ਫਿਲਮੀ ਹੀਰੋ ਕੋਈ ਖਾਸ ਬੰਦੇ ਹੁੰਦੇ ਹੋਣਗੇ, ਪਰ ਇਸ ਦੀ ਗੱਲ ਸੁਣ ਕੇ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਵੀ ਫਿਲਮੀ ਬਹਾਦਰ ਜਾਂ ਫਿਲਮੀ ਡਾਕੂ ਹੋ ਸਕਣਾ ਵਾਂ। ਇਸ ਜਜ਼ਬੇ ਦੇ ਪੁੰਗਰਨ ਕਾਰਨ ਮੈਂ ਚੋਰੀ ਐਕਟਿੰਗ ਕਰਕੇ ਆਪਣੇ ਆਪ ਨੂੰ ਪਰਖਦਾ। ਕਦੀ ਜ਼ਿਆਦਾ ਦੁਖੀ ਹੁੰਦਾ ਤਾਂ ਗੀਤਾਂ ਨੂੰ ਜੋੜ ਕੇ ਨਵੇਂ ਗੀਤ ਘੜਦਾ। ਰੇਡੀਓ ਤੋਂ ਸੁਣੇ ਗੀਤ ਹੀ ਮੇਰੇ ਗੀਤ ਬਣ ਜਾਂਦੇ ਸਨ। ਮੇਰੇ ਆਪਣੇ ਪੱਲੇ ਕੁਝ ਵੀ ਨਹੀਂ ਸੀ। ਇੱਥੇ ਨਵੇਂ ਥਾਂ ਉੱਤੇ ਵੀ ਤਬਦੀਲੀ ਨਹੀਂ ਸੀ ਆਈ। ਉਂਝ ਦੇ ਹੀ ਦਿਨ ਤੇ ਉਂਝ ਦੀਆਂ ਹੀ ਰਾਤਾਂ, ਉਹੀ ਔਕੜਾਂ, ਮੁਸ਼ਕਲਾਂ ਤੇ ਫਾਕੇ, ਕੌੜੀਆਂ ਰੀਝਾਂ ਤੇ ਫਿੱਕੇ ਹਾਸੇ। ਕੋਈ ਸ਼ੌਕ ਨਾ ਮੰਜ਼ਲ, ਨਾ ਹੀ ਕਿਸੇ ਚੰਗੇ ਵੇਲੇ ਦੀ ਆਸ ਜਾਪਦੀ ਸੀ। ਅਸਾਂ ਤੇ ਬਸ ਜੀ ਹੀ ਰਹੇ ਸਾਂ। ਕਾਹਦੇ ਲਈ ਜੀ ਰਹੇ ਸਾਂ? ਅਸਾਂ ਕੋਲ ਕੋਈ ਜਵਾਬ ਨਹੀਂ ਸੀ। ਅਸਾਂ ਦਾ ਜੀਵਨ ਭੋਗ ਰਹੇ ਸਾਂ। ਮਿਹਨਤ, ਮੁਸ਼ੱਕਤ ਤੇ ਤੰਗੀ ਦੋਰਸ਼ੀ ਨਾਲ ਹੀ ਸਾਡਾ ਸਾਂਘਾ ਬਣਿਆ ਹੋਇਆ ਸੀ। ਜ਼ਿਮੀਂਦਾਰ ਦੀਆਂ ਵਗਾਰਾਂ ਕੱਟਣੀਆਂ, ਬੁੱਤੀਆਂ ਪੁੱਟਣੀਆਂ ਤੇ ਉਹਨਾਂ ਦੇ ਕੁੱਤਿਆਂ ਦਾ ਵੀ ਇਹਤਰਾਮ ਕਰਨਾ ਸਾਡਾ ਮੁਕੱਦਰ ਲਿਖਿਆ ਹੋਇਆ ਸੀ। ਖੌਰੇ ਜ਼ਿਮੀਂਦਾਰਾਂ ਦੀ ਝੜਕ ਉੱਤੇ ਗੁੱਸਾ ਆਉਂਦਾ ਤਾਂ ਬਸ ਵਿੱਚੇ ਵਿੱਚ ਅਸਾਂ ਮੋਏ ਸੱਪ ਵਾਂਗ ਵਿਸ ਘੋਲਦੇ ਸਾਂ। ਢੀਠਾਂ ਤੇ ਬੇਸ਼ਰਮਾਂ ਵਾਂਗ ਜੀ ਕਰਦਿਆਂ ਰਹਿਣਾ ਹੀ ਸਾਡੀ ਰਹਿਤਲ ਸੀ। ਕੋਈ ਅਣਖ ਤੇ ਕੋਈ ਤਰੰਗ ਸਾਡੇ ਵਿੱਚੋਂ ਕਿਸੇ ਭੈੜੇ ਵਾਲ ਵਾਂਗਰ ਮੋਚਨੇ ਨਾਲ ਚੁਗ ਲਈ ਗਈ ਹੋਈ ਸੀ। ਹੋ ਸਕਦਾ ਏ ਕਿ ਸਾਡੇ ਵੱਡਿਆਂ ਵਿੱਚੋਂ ਕੋਈ ਬਹਾਦਰ ਵੀ ਹੋਇਆ ਹੋਵੇ, ਕੋਈ ਅਣਖੀ ਜਾਂ ਸੂਰਮਾ ਹੋਇਆ ਹੋਵੇ, ਪਰ ਹੁਣ ਤਾਂ ਉਹਨਾਂ ਬਾਰੇ ਸੋਚਣਾ ਵੀ ਸਾਡੇ ਲਈ ਮਨਾਹ ਹੋ ਗਿਆ ਹੋਇਆ ਸੀ, ਜਾਂ ਆਪ ਹੀ ਆਪਣੇ ਵੱਡਿਆਂ ਨੂੰ ਭੁਲਾਵਣ ਵਿੱਚ ਹੀ ਭਲਾਈ ਸਮਝਦੇ ਹੋਈਏ। ਜੂ ਦੇ ਸਾਰੇ ਰਾਹਕਾਂ ਦੀ ਇਹ ਤਹਿਜ਼ੀਬ ਸੀ ਕਿ ਬਦਤਮੀਜ਼ ਰਹਿਣਾ ਤੇ ਮਾਲਕ ਦੀ ਮਰਜ਼ੀ ਨਾਲ ਹੀ ਸਾਹ ਲੈਣਾ, ਉਹਦੇ ਹੁਕਮ ਬਿਨਾਂ ਮੂੰਹੋਂ ਲਫ਼ਜ਼ ਵੀ ਨਾ ਕੱਢਣਾ, ਸਗੋਂ ਅੱਖ ਚੁੱਕ ਕੇ ਵੇਖਣਾ ਵੀ ਜੁਰਮ ਸੀ। ਇਹੋ ਜਿਹੇ ਮਾਹੌਲ ਵਿੱਚ ਰਾਹਕਾਂ ਦੇ ਗੱਭਰੂ ਭਲਾ ਕੀ ਜਵਾਨੀ ਮਾਣ ਸਕਦੇ ਸਨ? ਜੇ ਕਿਸੇ ਸ਼ੌਕੀਨ ਨੂੰ ਉਹਦਾ ਅੰਦਰਲਾ ਬਹੁਤ ਤੰਗ ਕਰਦਾ, ਉਹ ਰੇਡੀਓ ਖਰੀਦ ਲੈਂਦਾ, ਉਹ ਵੀ ਉਧਾਰ ਦਾ, ਤੇ ਫਿਰ ਕਈ ਮਹੀਨੇ ਪੈਸੇ ਵਾਪਸ ਕਰਨ ਵਿੱਚ ਹੀ ਲੰਘ ਜਾਂਦੇ ਸਨ। ਸ਼ੌਕੀਨ ਗੱਭਰੂਆਂ ਨੂੰ ਜਦ ਵੀ ਵੇਲ ਮਿਲਦੀ ਝੱਟ ਰੇਡੀਓ ਸੁਣਦੇ, ਰਾਤ ਨੂੰ ਛੱਤਾਂ ਉੱਤੇ ਚੜ੍ਹ ਜਾਂਦੇ ਤੇ ਉੱਚੀ ਆਵਾਜ਼ ਵਿੱਚ ਰੇਡੀਓ ਸੁਣਦੇ ਤੇ ਸੁਣਾਉਂਦੇ। ਇੱਕ ਦੂਜੇ ਦੇ ਰੇਡੀਓ ਨਾਲ ਮੁਕਾਬਲਾ ਵੀ ਕਰਦੇ ਕਿ ਕਿਸ ਦਾ ਰੇਡੀਓ ਜ਼ਿਆਦਾ ਉੱਚੀ ਆਵਾਜ਼ ਰੱਖਦਾ ਏ। ਦਿਨ ਰਾਤ ਹੀ ਸ਼ੋਰ ਹੁੰਦਾ ਰਹਿੰਦਾ, ਕੋਈ ਵੀ ਤੇ ਤੰਗ ਨਹੀਂ ਸੀ ਹੁੰਦਾ। ਸਾਰੇ ਰਾਹਕਾਂ ਕੋਲ ਇਹ ਇੱਕ ਸ਼ੁਗਲ ਰਹਿ ਗਿਆ ਸੀ। ਮੇਲੇ ਠੇਲਿਆਂ ਵਿੱਚ ਘੋਲ ਕੌਡੀ ਲਈ ਰਾਹਕਾਂ ਦੇ ਜੁੱਸੇ ਵਿੱਚ ਜਾਨ ਹੀ ਨਹੀਂ ਸੀ ਹੁੰਦੀ। ਉਹਨਾਂ ਖੇਡਣਾ ਤਾਂ ਕੀ ਸੀ? ਮਿੱਟੀ ਨਾਲ ਮਿੱਟੀ ਰਲੇ ਹੋਏ ਰਾਹਕ ਤੇ ਖੁੱਲ੍ਹ ਕੇ ਹੱਸਦੇ ਵੀ ਨਹੀਂ ਸਨ, ਬਿਲਕੁਲ ਖੀਹ ਬਣੇ ਹੋਏ ਸਨ, ਜਾਂ ਖੌਰੇ ਖੀਹ ਹੋਣਾ ਹੀ ਸਾਡੀ ਆਦਤ ਤੇ ਪਹਿਚਾਣ ਬਣ ਗਈ ਹੋਈ ਸੀ। ਰਾਹਕ ਚਿੱਟੇ ਲੀੜੇ ਪਾਵੇ ਜਾਂ ਬੋਦੇ ਚੋਪੜ ਕੇ ਰੱਖੇ, ਜ਼ਿਮੀਂਦਾਰ ਜਾਰੀ ਨਹੀਂ ਸਨ ਸਕਦੇ। ਨਹਾ ਧੋ ਕੇ ਸਾਫ਼ ਸੁਥਰਾ ਰਹਿਣਾ ਜਾਂ ਸਾਫ਼ ਸੁਥਰਾ ਸੋਚਣਾ ਸਾਡੇ ਖੁਆਬ ਖਿਆਲ ਵਿੱਚ ਹੀ ਨਹੀਂ ਸੀ। ਅਸਾਂ ਆਪੋ ਵਿੱਚ ਬੋਲਦੇ ਵੀ ਤਾਂ ਉੱਚੀ ਆਵਾਜ਼ ਵਿੱਚ ਖਿੱਝ ਕੇ ਤੇ ਕਿੱਲ ਕੇ ਗੱਲ ਕਰਨ ਦੇ ਆਦੀ ਹੋ ਗਏ ਸਾਂ। ਜਿਵੇਂ ਇੱਕ ਕੁੱਤੇ ਨੂੰ ਬਹੁਤ ਸਾਰੇ ਕੁੱਤਿਆਂ ਘੇਰਿਆ ਹੋਵੇ, ਇਕੱਲੇ ਕੁੱਤੇ ਪੂਛਲ ਚੱਡਿਆਂ ਵਿੱਚ ਲਈ ਹੋਵੇ, ਅੱਗੋਂ ਸਿਰਫ ਦੰਦ ਕੱਢ ਕੇ ਚੌਂਕਦਾ ਹੋਵੇ। ਹਰ ਵੇਲੇ ਡਰੇ ਤੇ ਡੱਬੇ ਮਾਰੇ ਲੋਕ ਸਾਂ ਅਸਾਂ। ਮਿੱਠਾ ਤੇ ਚੰਗਾ ਬੋਲਣਾ ਸਾਨੂੰ ਜੱਚਦਾ ਹੀ ਨਹੀਂ ਸੀ। ਸਾਡੇ ਮਾਹੌਲ ਵਿੱਚ ਚੰਗਾ ਤੇ ਮਿੱਠਾ ਬੋਲਣਾ ਜਾਂ ਨਰਮ ਕਲਾਮ ਕਰਨਾ ਬੁਜ਼ਦਲੀ ਤੇ ਬੇਵਕੂਫੀ ਦੀ ਅਲਾਮਤ ਸਮਝੀ ਜਾਂਦੀ ਸੀ। ਅਸਾਂ ਨਾ ਤੇ ਬੁਜ਼ਦਿਲ ਸਾਂ ਤੇ ਨਾ ਹੀ ਬੇਵਕੂਫ। ਇਸੇ ਲਈ ਜੋ ਮੂੰਹ ਆਈ ਪਾਰ ਕਰ ਛੱਡੀ, ਕੋਈ ਲੱਜ ਨਾ ਲਿਹਾਜ਼। ਇੱਕ ਦੂਜੇ ਨਾਲ ਟਚਕਰ ਵਾਲੀ ਗੱਲ ਕਰਕੇ ਸਵਾਦ ਆਉਂਦਾ ਸੀ। ਗੱਲ ਉੱਤੇ ਨਾਲ ਦੇ ਨੂੰ ਹੱਜਤ ਕਰਨੀ,
ਬੇਇੱਜ਼ਤ ਤੇ ਜਲੀਲ ਕਰਨਾ ਸਾਡੇ ਲਈ ਬਹਾਦਰੀ ਤੇ ਦਾਨਸ਼ਮੰਦੀ ਸੀ। ਹਾਸਾ ਖੇਡ, ਅਮਨ ਚੈਨ, ਪਿਆਰ ਮੁਹੱਬਤ ਤੇ ਅਦਲ ਇਨਸਾਫ ਸਾਡੇ ਮਾਹੌਲ ਕੋਲੋਂ ਦੂਰ ਦੂਰ ਤੇ ਡਰਿਆ ਹੋਇਆ ਸੀ। ਪਰ ਜਦ ਸਾਡੇ ਵਿੱਚੋਂ ਕਿਸੇ ਨੂੰ ਕੋਈ ਦੁੱਖ ਤਕਲੀਫ ਜਾਂ ਔਕੜ ਪੈ ਜਾਂਦੀ ਤਾਂ ਕਾਵਾਂ ਵਾਂਗਰ ਝੱਟ ਇਕੱਠੇ ਹੋ ਜਾਂਦੇ, ਇੱਕ ਦੂਜੇ ਦੀ ਬਾਂਹ ਬਣ ਕੇ ਪੂਰੀ ਮਦਦ ਕਰਦੇ। ਸਗੋਂ ਦੁੱਖ ਮਾਰੇ ਮਨੁੱਖ ਨਾਲੋਂ ਆਪ ਵੱਧ ਕੇ ਦੁੱਖ ਮਹਿਸੂਸ ਕਰਦੇ ਤੇ ਦੂਜੇ ਲਈ ਆਪ ਭੀੜਾਂ ਵਿੱਚ ਛਾਲ ਮਾਰਨ ਤੋਂ ਵੀ ਨਾ ਡਰਦੇ। ਇੱਕ ਦੂਜੇ ਨਾਲ ਦੁਸ਼ਮਣੀ, ਰੋਸਾ ਤੇ ਗਿਲਾ ਸ਼ਿਕਵਾ ਝੱਟ ਮੁੱਕ ਜਾਂਦਾ ਸੀ। ਜਦ ਭੀੜ ਕੱਟੀ ਜਾਂਦੀ, ਦੁੱਖ ਦਾ ਵੇਲਾ ਲੰਘ ਜਾਂਦਾ ਤੇ ਫਿਰ ਉਹੀ ਸੇਲੀ ਤੇ ਉਹੀ ਡੰਡਾ, ਫਿਰ ਉਹੀ ਮਾਹੌਲ ਉਖੜਿਆ ਤੇ ਬੇਸਵਾਦਾ। ਇਲਾਕੇ ਦੇ ਜ਼ਿਮੀਂਦਾਰ ਵੀ ਇੱਕ ਦੂਜੇ ਨਾਲ ਇੰਝ ਹੀ ਕਰਦੇ ਸਨ। ਹਰ ਇੱਕ ਆਪਣੇ ਆਪ ਨੂੰ ਫੰਨੇ ਕਾਂ ਸਮਝਦਾ ਸੀ, ਸ਼ਰੀਕ ਨੂੰ ਬੇਇੱਜ਼ਤ ਕਰਨ ਦੇ ਹੀਲੇ ਬਹਾਨੇ ਦਾ ਯਤਨ ਕਰਦੇ ਸਨ। ਸਾਡੇ ਲੋਕਾਂ ਦੇ ਜ਼ਿਮੀਂਦਾਰ ਲੋਕਾਂ ਵਿੱਚ ਫਰਕ ਸੀ ਤੇ ਬਸ ਇੰਨਾ ਕਿ ਉਹ ਮੂੰਹੋਂ ਘੱਟ ਨਫ਼ਰਤ ਕਰਦੇ ਸਨ ਤੇ ਦਿਲੋਂ ਜ਼ਿਆਦਾ। ਅਸੀਂ ਮੂੰਹ ਦੇ ਬੜਬੋਲੇ ਤੇ ਦਿਲੋਂ ਸਾਫ਼। ਅਸੀਂ ਦੁੱਖ ਤਕਲੀਫ ਵੇਲੇ ਸਭ ਕੁਝ ਭੁੱਲ ਜਾਂਦੇ ਸਾਂ, ਪਰ ਜ਼ਿਮੀਂਦਾਰ ਦੂਜੇ ਦੇ ਦੁੱਖ ਉੱਤੇ ਖੁਸ਼ ਹੁੰਦੇ ਸਨ। ਸਗੋਂ ਦੁੱਖ ਵਿੱਚ ਹੋਰ ਵਾਧਾ ਕਰਨ ਲਈ ਕੁਝ ਨਾ ਕੁਝ ਆਪਣੇ ਵੱਲੋਂ ਵੀ ਮਿਰਚ ਲੂਣ ਲਾਉਂਦੇ ਸਨ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।